देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। दैनिक सवेरा देख रहे हो तुसीं ते मैं हिम्मत सिंह दिगपाल। ਦਿੱਲੀ ਦੀਆਂ ਬਰੂਹਾਂ ਤੇ 3 ਮਹੀਨਿਆਂ ਤੋਂ ਜ਼ਿਆਦਾ ਕਿਸਾਨ ਧਰਨੇ ਤੇ ਬੈਠੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ। ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਨਿਤ ਨਵੇਂ ਕਾਨੂੰਨ ਲੈ ਕੇ ਆਏ ਜਾਂਦੇ ਨੇ ਅਤੇ ਇੱਕ ਹੁਣ ਨਵਾਂ FCI ਦੇ ਵੱਲੋਂ ਇੱਕ ਨਵਾਂ ਨਿਰਦੇਸ਼ ਜਾਰੀ ਕਰਦੇ ਕਿਹਾ ਗਿਆ ਕਿ ਜਿਨ ਆੜਤੀਆਂ ਨੂੰ ਵਿਚੋਲਗੀ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਕਿਸਾਨਾਂ ਨੂੰ ਜਿਹੜੀ ਹੁਣ ਸਿੱਧੀ ਜਿਹੜੀ ਫਸਲ ਦੀ ਅਦਾਇਗੀ ਹੈ ਉਹ ਸਿੱਧੀ ਉਹਨਾਂ ਦੇ ਅਕਾਊਂਟ ਦੇ ਵਿੱਚ ਕੀਤੀ ਜਾਏਗੀ ਔਰ ਆੜਤੀਆਂ ਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਜਾਏਗਾ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਰੀਬ 40% ਜਿਹੜੇ NRI ਲੋਕ ਨੇ ਉਹ ਬਾਹਰ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਉੱਥੇ ਲੋਕ ਜਿਹੜੇ ਠੇਕੇ ਤੇ ਲੈ ਕੇ ਕਰਦੇ ਨੇ ਅਤੇ ਆੜਤੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ FCI ਦੇ ਵੱਲੋਂ ਇਹ ਨਿਰਦੇਸ਼ ਜਾਰੀ ਹੁੰਦੇ ਨੇ ਤਾਂ ਉਹਦੇ ਵਿੱਚ ਆੜਤੀਆਂ ਨੂੰ ਕਿਸਾਨਾਂ ਨੂੰ ਤੇ ਜਿਹੜੇ ਬਾਹਰ NRI ਬੈਠੇ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੋਊਗਾ। ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰ ਲੈਂਦੇ ਆ। ਸਾਹਨੇਵਾਲ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਆੜਤੀਏ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਸਰਦਾਰ ਜੀ, ਜਿਹੜੇ ਨਵੇਂ FCI ਦੇ ਵੱਲੋਂ ਨਿਰਦੇਸ਼ ਆਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? देखो ਜਿਹੜੇ ਆ ਨਵੇਂ ਨਿਰਦੇਸ਼ ਹੁਣੇ ਆਏ ਨੇ, ਇਹਨਾਂ ਨੇ ਕਿਹਾ ਵੀ ਜਿਹੜੀ ਅਸੀਂ ਸਿੱਧੀ ਪੇਮੈਂਟ ਪਾਉਣੀ ਆ, ਪੇਮੈਂਟ ਤਾਂ ਅਸੀਂ ਪਹਿਲਾਂ ਵੀ ਸਿੱਧੀ ਪਾਉਂਦੇ ਸੀ ਕਿਉਂਕਿ ਅਸੀਂ ਜਿੰਨੀ ਵੀ ਸਾਨੂੰ ਗੌਰਮੈਂਟ ਪੇਮੈਂਟ ਕਰਦੀ ਸੀ ਅਸੀਂ ਪੂਰੀ ਦੀ ਪੂਰੀ ਪੇਮੈਂਟ ਜ਼ਿਮੀਂਦਾਰ ਦੇ ਖਾਤੇ ਪਾ ਕੇ ਅਸੀਂ RTS ਕਰਕੇ ਜਿੰਨੇ ਦਾ ਉਹਦਾ ਜੇ ਫਾਰਮ ਸੀ ਉਨੀ RTS ਕਰਕੇ ਉਹਦੀ ਐਂਡ ਨੂੰ ਜਿੰਨੀ ਗੌਰਮੈਂਟ ਪੂਰੀ ਪੇਮੈਂਟ ਕਰਦੀ ਸੀ ਉਹਦਾ E10 ਕੱਢ ਕੇ ਫਿਰ ਜਦੋਂ ਗੌਰਮੈਂਟ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਸਾਡਾ ਕਮਿਸ਼ਨ ਤੇ ਲੇਬਰ ਦਿੱਤੀ ਜਾਂਦੀ ਸੀ। ਪੇਮੈਂਟ ਤਾਂ ਉਦੋਂ ਵੀ ਅਸੀਂ ਪਾਰਦਰਸ਼ੀ ਦੇ ਨਾਲੇ ਪਾਉਂਦੇ ਸੀ। ਕੋਈ ਇਹੋ ਜਿਹਾ ਜ਼ਿਮੀਂਦਾਰ ਤਾਂ ਹੈ ਨਹੀਂ ਪੰਜਾਬ ਦੇ ਵਿੱਚ, ਇੱਕ ਵੀ ਜ਼ਿਮੀਂਦਾਰ ਇਹ ਨਹੀਂ ਕਹਿ ਸਕਦਾ ਵੀ ਮੈਂ ਜਿੰਨੀ ਫਸਲ ਵੇਚੀ ਵੀ ਉਸ ਤੋਂ ਘੱਟ ਮੈਨੂੰ ਪੈਸੇ ਮਿਲੇ ਹੋਣਗੇ। ਪੂਰੇ ਦੇ ਪੂਰੇ ਜਿੰਨੇ ਦਾ ਉਹਦਾ ਜੇ ਫਾਰਮ ਸੀ ਉਹਨਾਂ ਦੀ ਉਨੀ ਪੇਮੈਂਟ ਅਸੀਂ ਸਿੱਧੀ ਉਹਨਾਂ ਦੇ ਖਾਤੇ 'ਚ ਪਾ ਚੁੱਕੇ ਹਾਂ। ਪਰ ਜਿਹੜਾ ਸਰਕਾਰ ਨੇ ਹੁਣ ਨਵਾਂ ਨਿਰਦੇਸ਼ ਜਾਰੀ ਕੀਤਾ ਇਹਦੇ ਵਿੱਚ ਇਹ ਹੈ ਵੀ ਇਹ ਨਾਲ ਫਰਦਾਂ ਮੰਗਦੇ ਨੇ ਵੀ ਜਿਹੜਾ ਵੀ ਜ਼ਿਮੀਂਦਾਰ ਨੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੋ ਰਹੀ ਆ ਉਹ 50-60% NRI ਸਾਡੇ ਜਿਹੜੇ ਬਾਹਰ ਬੈਠੇ ਨੇ ਜਾਂ ਹੋਰ ਲੋਕ ਜਿਹੜੇ ਤਕੜੇ ਲੋਕ ਨੇ ਜਿਵੇਂ ਚੰਡੀਗੜ੍ਹ ਚਲੇ ਗਏ ਜਾਂ ਹੋਰ ਆਪਣੀਆਂ ਜ਼ਿਆਦਾ ਜ਼ਮੀਨਾਂ ਵਾਲੇ ਉਹ ਇੱਥੇ ਠੇਕੇ ਤੇ ਦੇ ਕੇ ਕਰਦੇ ਨੇ। ਉਹ ਠੇਕੇ ਤੇ ਜਦੋਂ ਉਹਨਾਂ ਦੇ ਫਰਜ਼ਾਂ ਤਾਂ ਉਹਨਾਂ ਦੇ ਨਾਂ ਨੇ ਪਰ ਕਰਨ ਵਾਲੇ ਹੋਰ ਨੇ ਜਿਹੜੇ ਘੱਟ ਬੇਜ਼ਮੀਨੇ ਲੋਕ ਨੇ ਜਾਂ ਥੋੜ੍ਹੀ ਜ਼ਮੀਨ ਵਾਲੇ ਲੋਕ ਨੇ ਉਹ ਕਰਦੇ ਨੇ। ਜਦੋਂ ਹੁਣ ਫਰਜ਼ਾਂ ਉਹਨਾਂ ਦੀਆਂ ਲੱਗਣਗੀਆਂ ਉਹਨਾਂ ਦੇ ਖਾਤੇ ਪੈਸੇ ਚੱਲਣਗੇ। ਪਾਲੀ ਤਾਂ ਉਹ ਫਸਲ ਇੱਕ ਛੋਟੀ ਜ਼ਮੀਨ ਵਾਲੇ ਨੇ ਪਾਲੀ ਆ, ਪੈਸੇ ਉਹਦੇ ਉਹ ਚਲੇ ਜਾਣਗੇ ਜਿਹੜਾ ਲੈਂਡਲਾਰਡ ਆ ਜਿਹਦੀ ਜ਼ਮੀਨ ਉਹ ਠੇਕੇ ਤੇ ਲਈ ਜਾਂਦੀ ਹੈ। ਇਸ ਕਰਕੇ ਇਹ ਜਿਹੜਾ ਸਿਸਟਮ ਆ ਸਰਕਾਰ ਇਹਨੂੰ ਧਿਆਨ ਨਾਲ ਦੇਖੇ ਤਾਂ ਕਿ ਉਹਨਾਂ ਦੇ ਖਾਤੇ ਦੇ ਵਿੱਚ ਜਿਹੜੀ ਪੇਮੈਂਟ ਆ ਉਹ ਸਾਡੇ ਇਸ ਜਿਵੇਂ ਪਹਿਲਾਂ ਦਾ ਜਿਹੜਾ ਸਿਸਟਮ ਸੀ ਉਸ ਤਰ੍ਹਾਂ ਹੀ ਚੱਲਦਾ ਰਹੇ ਤਾਂ ਕਿ ਇਹ ਉਥਲ ਪੁਥਲ ਨਾ ਹੋਵੇ। ਇਹਦੇ ਵਿੱਚ ਬੜੀ ਜਿਹੜੀ ਗਾਹਾਂ ਨੂੰ ਜਿਹੜੀਆਂ ਜ਼ਮੀਨਾਂ ਨੇ ਕਾਫੀ % ਇਹੋ ਜਿਹਾ ਏਰੀਆ ਰਹਿ ਜੂਗਾ ਜਿਹੜਾ ਅੱਗੇ ਤੋਂ ਲੋਕ ਠੇਕੇ ਤੇ ਲੈਣੋਂ ਹਟ ਜਾਣਗੇ। ਇਸ ਕਰਕੇ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜਿਹੜਾ ਨਵਾਂ ਫਰਮਾਨ ਕੀਤਾ ਕਾਲਾ ਕਾਨੂੰਨ ਜਿਹੜਾ ਇਹਨੂੰ ਵਾਪਸ ਲਵੇ ਤੇ ਜਿਹੜਾ ਪਹਿਲਾਂ ਦੀ ਤਰ੍ਹਾਂ ਹੀ ਇਹ ਚਲਾਵੇ। ਸਾਰਿਆਂ ਦੀ ਸਾਡੀ ਇਹੀ ਮੰਗ ਆ। ਜੇਕਰ ਮੰਨ ਲਓ ਜਿਹੜਾ ਮਾਲਕ ਉਹਦੇ ਅਕਾਊਂਟ 'ਚ ਪੈਸੇ ਵੀ ਜਾਂਦੇ ਆ, ਜੇ ਮਾਲਕ ਉਸ ਤੋਂ ਬਾਅਦ ਜਿੰਨੇ ਠੇਕੇ ਤੇ ਜ਼ਮੀਨ ਸੀ ਉਹਨੂੰ ਵੀ ਪੈਸੇ ਦੇ ਦੇਵੇ ਤਾਂ ਕੀ ਦਿੱਕਤ ਹੈ? ਨਹੀਂ, ਉਹਦਾ ਹੁਣ ਮਾਲਕ ਦੇ ਅਕਾਊਂਟ ਦੇ ਵਿੱਚ ਚਲੇ ਗਏ, ਕੱਲ੍ਹ ਨੂੰ ਉਹਦਾ ਹੁਣ ਕੀ ਪਤਾ ਉਹਨਾਂ ਦਾ ਕਲੇਸ਼ ਖੜਾ ਹੋਊਗਾ, ਉਹ ਉਹਨੂੰ ਦਿੰਦਾ ਕਿ ਨਹੀਂ ਦਿੰਦਾ, ਪੈਸੇ ਉਹਦੇ ਕੋਲ ਆਉਂਦੇ ਆ ਕਿ ਨਹੀਂ ਆਉਂਦੇ, ਕਿਉਂਕਿ ਸਾਵੇਂ ਤਾਂ ਠੇਕੇ ਵਾਲੇ ਨੇ ਉਹਨੂੰ ਆਪਣੇ ਹਿਸਾਬ ਨਾਲ ਪੈਸੇ ਦੇਣੇ ਹੁੰਦੇ ਨੇ। ਜੇ ਉਹਦੀ ਫਰਜ਼ ਕਰ ਲਓ 10 ਲੱਖ ਰੁਪਈਆ ਠੇਕਾ, 20 ਲੱਖ ਦੀ ਉਹਦੀ ਫਸਲ ਆ, ਸਾਵੇਂ ਸਾਰੇ ਦੇ ਸਾਰੇ ਉਹਦੇ ਖਾਤੇ ਚਲੇ ਜਾਣੇ ਆ। ਫਿਰ ਬਾਅਦ ਦੇ ਵਿੱਚ ਨਹੀਂ ਇਹਨਾਂ ਦੇ ਆਪਸ ਵਿੱਚ ਹੀ ਇੱਦਾਂ ਦੇ ਵਿੱਚ ਬਹੁਤ ਕਲੇਸ਼ ਪੈ ਜਾਣਗੇ। ਇੱਥੇ ਇੱਦਾਂ ਨਹੀਂ ਹੋਊਗਾ ਕਿਉਂਕਿ ਉਨੀ ਹੁਣ ਆੜਤੀ ਆ ਜਿੰਨੇ ਅਸੀਂ ਪੈਸੇ ਜ਼ਿਮੀਂਦਾਰ ਦੇ ਖਾਤੇ, ਜ਼ਿਮੀਂਦਾਰ ਦੇ ਤਾਂ ਪਾਰਸੈਲਿਟੀ ਦੇ ਹਿਸਾਬ ਨਾਲ ਜਾ ਹੀ ਰਹੀ ਆ ਪੇਮੈਂਟ ਪੂਰੀ। ਜ਼ਿਮੀਂਦਾਰ FCI ਵੀ ਇਹੀ ਦਾਵਾ ਕਰਦੀ ਹੈ ਵੀ ਜਿਹੜੀ ਪਾਰਦਰਸ਼ਤਾ ਹਿਸਾਬ ਨਾਲ ਅਸੀਂ ਜਿਹੜੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਣੇ ਪਾਰਦਰਸ਼ਤਾ ਲਿਆਂਦੀ ਜਾਊਗੀ। ਜਿਹੜੇ ਨਵੇਂ ਨਿਰਦੇਸ਼ ਨੇ, ਨਹੀਂ ਪਾਰਦਰਸ਼ਤਾ ਤਾਂ ਪਹਿਲਾਂ ਵੀ ਆ। ਪਾਰਦਰਸ਼ਤਾ ਜਿਵੇਂ ਸਾਨੂੰ ਪਿਛਲੀ ਵਾਰੀ ਇਹਨਾਂ ਨੇ FCI ਨੇ ਜਿਵੇਂ ਦਿੱਤੇ ਨੇ, ਪਿਛਲੇ ਸਾਲ ਸਾਡੇ ਆੜਤੀਆਂ ਦੇ ਖਾਤੇ ਪਾਈ ਆ। ਫਰਜ਼ ਕਰ ਲਓ ਇੱਕ ਆੜਤੀਏ ਦਾ 1 ਲੱਖ ਰੁਪਏ ਦੀ ਸਾਨੂੰ ਫਸਲ ਛੱਡਦਾ, ਅਸੀਂ 1 ਲੱਖ ਦੀ ਪੂਰੀ ਜੇ ਫਾਰਮ ਦੇ ਹਿਸਾਬ ਨਾਲ ਹੀ, ਜੇ ਉਹਦਾ 1 ਲੱਖ ਰੁਪਏ ਦਾ ਜੇ ਫਾਰਮ ਹੈ 1 ਲੱਖ ਦਾ ਹੀ ਉਹਦਾ ਅਸੀਂ ਚੈੱਕ RTS ਕਰਕੇ ਪੂਰੇ ਦੇ ਪੂਰੇ ਜੇ ਪੈਸੇ ਵੀ ਨੇ ਉੱਪਰ ਜਾਂ ਰੁਪਈਏ ਨੇ ਉਹ ਵੀ ਅਸੀਂ ਉਹਦੇ ਖਾਤੇ 'ਚ ਪਾ ਦਿੰਦੇ ਹਾਂ। ਉਦੋਂ ਉੱਪਰ ਪਾਰਦਰਸ਼ੀ ਕੀ ਸਕਦੇ ਆ, ਪੋਰਟਲ ਤੇ ਚਾੜ ਕੇ ਦਿੰਦੇ ਆ, E10 ਕੱਢ ਕੇ ਦਿੰਦੇ ਆ ਵੀ ਇੰਨੇ ਪੈਸੇ ਸਾਨੂੰ ਸਰਕਾਰ ਨੇ ਦਿੱਤੇ, ਉਹ ਸਰਕਾਰ ਤੋਂ ਇੰਨੇ ਅਸੀਂ ਜ਼ਿਮੀਂਦਾਰਾਂ ਦੇ ਖਾਤੇ ਦਿੱਤੇ, ਉਹਨਾਂ ਨੇ ਬਕਾਇਦਾ ਨਾਂ ਦਿੰਦੇ ਆ, ਲਿਸਟਾਂ ਬਣਾ ਕੇ ਦਿੰਦੇ ਆ। ਉਦੋਂ ਪਾਰਦਰਸ਼ੀ ਕੀ ਸਕਦੀ ਹੈ ਸਰਕਾਰ, ਤਾਂ ਉਦੋਂ ਵੱਧ ਪਾਰਦਰਸ਼ੀ ਕਰ ਨਹੀਂ ਸਕਦੀ। ਬੈਂਕ ਸਟੇਟਮੈਂਟਾਂ ਨਾਲ ਲਾ ਕੇ ਦਿੰਦੇ ਆ ਵੀ ਆਹ ਖਾਤੇ 'ਚ ਇੰਨੇ ਪੈਸੇ ਚਲੇ ਗਏ। ਇਹ ਇਦੋਂ ਵੱਡਾ ਪਾਰਦਰਸ਼ੀ ਤਾਂ ਕੋਈ ਨਹੀਂ। ਇਹ ਤਾਂ ਅਸੀਂ ਜਿਹੜਾ ਸਾਡਾ 2.5% ਕਮਿਸ਼ਨ ਆ ਉਹ ਤਾਂ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਜਦੋਂ ਵੀ ਜ਼ਿਮੀਂਦਾਰ ਸਾਡੇ ਕੋਲ ਆਉਂਦਾ ਉਹਦਾ ਅਸੀਂ ਮਾਲ ਲਾਉਂਦੇ ਹਾਂ, ਲਾਉਣ ਤੋਂ ਬਾਅਦ ਉਹਨੂੰ ਸਫਾਈ ਕਰਦੇ ਹਾਂ, ਸਫਾਈ ਕਰਨ ਤੋਂ ਬਾਅਦ ਉਹਨੂੰ ਭਰਦੇ ਹਾਂ, ਫਿਰ ਸਟਿਚਿੰਗ ਕਰਦੇ ਹਾਂ, ਫਿਰ ਜਿੱਥੇ ਵੀ ਸਰਕਾਰ ਨੇ ਲੈ ਕੇ ਜਾਣਾ ਉੱਥੇ ਤੱਕ ਲੋਡਿੰਗ ਕਰਕੇ ਪਹੁੰਚਾਉਣ ਦਾ ਕੰਮ ਕਰਦੇ ਹਾਂ। ਅਸੀਂ ਸਾਨੂੰ ਵਿਚੋਲੀਏ ਕਿਹਾ ਜਾਂਦਾ, ਇਹ ਬੜਾ ਸਾਡਾ ਅਪਮਾਨ ਕੀਤਾ ਜਾਂਦਾ, ਇਹ ਨਹੀਂ ਹੋਣਾ ਚਾਹੀਦਾ। ਅਸੀਂ ਸਰਵਿਸ ਪ੍ਰੋਵਾਈਡ ਆ। ਅਸੀਂ ਜਿਹੜਾ ਇੰਨਾ ਕੰਮ ਕਰਦੇ ਹਾਂ ਉਹਦਾ 2.5% ਲੈਂਦੇ ਹਾਂ।
ਜਿਹੜਾ ਤੁਸੀਂ 2.5% ਲੈਂਦੇ ਹੋ, ਜੇਕਰ ਕਿਸਾਨ ਦੇ ਖਾਤੇ 'ਚ ਸਿੱਧੇ ਪੇਮੈਂਟ ਆਉਂਦੀ ਹੈ ਤਾਂ ਉਸ ਤੋਂ ਬਾਅਦ ਵੀ ਤੁਸੀਂ ਆਪਣਾ 2.5% ਲੈ ਸਕਦੇ ਹੋ। ਇਹ ਤਾਂ ਹੁਣ ਸਰਕਾਰ ਦੀ ਮਰਜ਼ੀ ਆ। ਹੁਣ ਸਰਕਾਰ ਨਵੇਂ ਫਰਮਾਨ ਜਾਰੀ ਕਰਦੀ ਆ, ਸਾਨੂੰ 2.5% ਦਿੰਦੀ ਆ ਜਾਂ ਨਹੀਂ ਦਿੰਦੀ। ਸਾਡੀ ਲੇਬਰ ਆ, ਉਹ ਪਹਿਲੇ 131 ਕਰੋੜ ਰੁਪਈਆ ਪਿਛਲੇ ਸਾਲ ਝੋਨੇ ਦਾ, ਉਹ ਵੀ ਸਾਡਾ ਅਜੇ ਸਰਕਾਰ ਕੰਨੀ ਖੜਾ। ਲੇਬਰ ਵੀ ਖੜਾ। ਲੇਬਰ ਤਾਂ ਆੜ੍ਹਤੀਆਂ ਤੋਂ ਲੈ ਕੇ ਜਾ ਚੁੱਕੀ ਆ ਤੇ ਆੜ੍ਹਤੀਆਂ ਦੇ ਪੈਸੇ ਬਹੁਤ 131 ਕਰੋੜ ਰੁਪਈਆ ਸਾਡਾ ਫਸਿਆ ਗਿਆ, ਉਹ ਨਹੀਂ ਦੇ ਰਹੇ। ਇਸ ਕਰਕੇ ਇਹ ਆੜ੍ਹਤੀਆਂ ਨੂੰ ਜਾਣ ਬੁੱਝ ਕੇ, ਜੇ ਕੋਈ ਆੜ੍ਹਤੀਏ ਤੇ ਜਿਹੜਾ ਜ਼ਿਮੀਂਦਾਰ ਦਾ 9 ਮਾਸ ਦਾ ਰਿਸ਼ਤਾ, ਇਹਨੂੰ ਨਾ ਤੋੜਿਆ ਜਾਵੇ। ਜਿਸ ਤਰ੍ਹਾਂ ਸਿਸਟਮ ਚੱਲਦਾ ਉਸੇ ਤਰ੍ਹਾਂ ਹੀ ਚਲਾਇਆ ਜਾਵੇ। 1 ਮਹੀਨੇ ਬਾਅਦ ਹੁਣ ਜਿਹੜੀ ਕਣਕ ਦੀ ਵੀ ਜਿਹੜੀ ਆਪਣਾ ਮੰਡੀਆਂ 'ਚ ਆਉਣੀ ਸ਼ੁਰੂ ਹੋ ਜਾਣੀ ਹੈ, ਪਰ ਹੁਣ ਤੁਸੀਂ ਫਿਰ ਕਿਵੇਂ ਖਰੀਦ ਕਰੋਗੇ? ਪੁਰਾਣੇ ਕਾਨੂੰਨਾਂ ਹਿਸਾਬ ਨਾਲ ਜਾਂ ਫਿਰ ਨਵੇਂ ਨਿਰਦੇਸ਼ਾਂ ਹਿਸਾਬ ਨਾਲ? ਸਰਕਾਰ ਤਾਂ ਹੁਣ ਸਰਕਾਰ ਦੇ ਨਿਰਦੇਸ਼ ਜਿਵੇਂ ਆਉਂਦੇ ਆ ਉਹ ਤੇ ਡਿਪੈਂਡ ਕਰਦਾ। ਅਸੀਂ ਹੁਣ ਸਾਡੇ ਤਾਂ ਕੋਈ ਕਾਨੂੰਨ ਹੈ ਨਹੀਂ। ਕਾਨੂੰਨ ਤਾਂ ਸਰਕਾਰ ਨੇ ਬਣਾਉਣੇ ਨੇ, ਖਰੀਦ ਤਾਂ ਸਰਕਾਰ ਨੇ ਕਰਨੀ ਪਰ ਹੈ। ਸਰਕਾਰ ਇਹ ਵੀ ਦਾਅਵਾ ਕਰਦੀ ਹੈ ਜੀ, ਆਪਾਂ ਬੈਂਕ ਦੀਆਂ ਲਿਮਟਾਂ ਬਣਾ ਕੇ ਦਿੱਤੀਆਂ ਹੋਈਆਂ ਕਿਸਾਨਾਂ ਨੂੰ। ਜੇਕਰ ਕਿਸਾਨਾਂ ਨੂੰ ਪੈਸੇ ਦੀ ਲੋੜ ਆ, ਆਪਣੇ ਬੈਂਕ ਦੀ ਲਿਮਟ ਵੀ ਤਾਂ ਵਰਤ ਸਕਦੇ ਨੇ। ਬੈਂਕ ਦੀ ਲਿਮਟ ਆੜ੍ਹਤੀਆਂ ਤੋਂ ਲੈ ਕੇ ਵਰਤਦੇ ਨੇ ਪਹਿਲਾਂ ਪੈਸੇ। ਆੜ੍ਹਤੀਆਂ ਤੋਂ ਐਡਵਾਂਸ ਪੈਸੇ ਲੈ ਕੇ ਜਾਂਦੇ ਆ, ਉਹ ਕਿਸ ਤਰ੍ਹਾਂ ਆੜ੍ਹਤੀਆਂ ਨੂੰ ਕਿਸ ਤਰ੍ਹਾਂ ਮਿਲਣਗੇ ਪੈਸੇ? ਉਹ ਨਹੀਂ, ਮੰਨ ਲਓ ਜੇ ਕਿਸਾਨ ਤੁਹਾਡੇ ਕੋਲ ਪੈਸੇ ਲੈ ਕੇ ਜਾਂਦੇ ਨੇ, ਤੁਹਾਨੂੰ ਕਿਸਾਨਾਂ ਤੇ ਵਿਸ਼ਵਾਸ ਹੈ ਤਾਂ ਹੀ ਤੁਸੀਂ ਪੈਸੇ ਦਿੰਦੇ ਹੋ ਨਾ, ਠੀਕ ਹੈ ਜੀ। ਪਰ ਜੇ ਕਿਸਾਨ ਦੀ ਫਸਲ ਜਦੋਂ ਜਾਊਗੀ, ਕਿਸਾਨ ਦੇ ਸਿੱਧਾ ਖਾਤੇ 'ਚ ਪੇਮੈਂਟ ਆਊਗੀ, ਤਾਂ ਤੁਸੀਂ ਉਦੋਂ ਵੀ ਤੁਹਾਨੂੰ ਕੋਲ 2.5% ਲੈ ਸਕਦੇ ਹੋ। ਨਹੀਂ, ਅਸੀਂ ਕਿਸਾਨ ਨਹੀਂ ਸਾਨੂੰ ਦੇ ਸਕਦਾ 2.5% ਜੀ। ਸਰਕਾਰ ਦੀ ਤਾਂ ਖਰੀਦਦਾਰ ਉਹੀ ਦਿੰਦਾ। ਠੀਕ ਹੈ, ਹਾਂਜੀ। ਮੰਨ ਲਓ ਜਿਹੜੇ ਤੁਸੀਂ ਉਹਨਾਂ ਨੂੰ ਉਧਾਰ ਪੈਸੇ ਦਿੰਦੇ, ਤੁਸੀਂ ਉਹਨਾਂ ਕੋਲ ਬਾਅਦ 'ਚ ਵੀ ਲੈ ਸਕਦੇ ਹੋ ਜਦੋਂ ਉਹਨਾਂ ਦੇ ਖਾਤੇ 'ਚ ਆਉਣ। ਉਹ ਤਾਂ ਉਹਨਾਂ ਦੀ ਮਰਜ਼ੀ ਤੇ ਡਿਪੈਂਡ ਕਰਦਾ ਜੀ। ਉਹ ਤਾਂ ਸਾਡਾ ਆਪਸ 'ਚ ਕੱਟ ਕੇ ਦਿੰਦੇ ਨਹੀਂ, ਉਹ ਤਾਂ ਕੱਟ ਕੇ ਫਿਰ ਬਾਅਦ 'ਚ ਲੈਂਦੇ ਆ ਜੀ। ਲੈ ਜੇ ਮੰਨ ਲਓ ਇਹ ਫਰਮਾਨ ਲਾਗੂ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਕਿੰਨੇ ਆੜ੍ਹਤੀ ਬੇਰੁਜ਼ਗਾਰ ਹੋਣਗੇ? ਪੰਜਾਬ ਦੇ ਵਿੱਚ 26,000 ਆੜ੍ਹਤੀ ਆ ਤੇ 50-55 ਹਜ਼ਾਰ ਮੁਨੀਮ ਨੇ। ਕਈ ਲੱਖ ਬੰਦਾ ਲੇਬਰ ਦਾ ਮਜ਼ਦੂਰ ਆ ਜਿਹੜਾ ਸਾਡੇ ਨਾਲ ਜੁੜਿਆ ਹੋਇਆ। ਕਮ ਸੇ ਕਮ 5-10 ਲੱਖ ਬੰਦਾ ਬੇਰੁਜ਼ਗਾਰ ਹੋ ਜਾਊਗਾ ਇਹ ਪੰਜਾਬ ਦੇ ਵਿੱਚ। ਇਹ ਜੇ ਸਿਸਟਮ ਇਹਨਾਂ ਨੇ ਖਰਾਬ ਕਰਤਾ। 26,000 ਆੜ੍ਹਤੀ ਦੇ ਨਾਲ ਹਰ ਕਦੇ 1-1 2-2 ਮੁਨੀਮ ਨੇ, 52,000 ਉਹ ਬਣਦਾ, 26,000 ਆੜ੍ਹਤੀਆ ਬਣਦਾ। ਆੜ੍ਹਤੀ ਦੇ ਨਾਲ ਕਿੰਨੇ ਪਰਿਵਾਰ ਜੁੜੇ ਨੇ? ਘੱਟੋ ਤੋਂ ਘੱਟ ਲੱਖਾਂ ਦੇ ਵਿੱਚ ਬੰਦੇ ਬੇਰੁਜ਼ਗਾਰ ਹੋ ਜਾਣਗੇ। ਰੋਟੀ ਚਲਾਉਣੀ ਔਖੀ ਹੋ ਜੂਗੀ। ਹੁਣ ਵੀ ਆੜ੍ਹਤੀ ਇਹ ਨਵੇਂ ਫਰਮਾਨ ਦੇ ਨਾਲ ਵੀ ਸਾਰੇ ਜਿਹੜੇ ਬੜੇ ਮਜੂਸ ਨੇ, ਬੜੇ ਤੰਗ ਨੇ, ਕਿਉਂਕਿ ਆਪਣੇ ਮਨ ਦੇ ਵਿੱਚ ਉਹਨਾਂ ਦੇ ਬੜਾ ਵੀ ਇਹ ਕੀ ਬਣਨਾ ਕਾਨੂੰਨ ਦਾ ਜੀ। ਬੜੇ ਬਹੁਤ ਡਰ ਹੋਇਆ। ਮੰਨ ਲਓ ਸਰਕਾਰ ਪਰ ਲਗਾਤਾਰ ਇਹੀ ਦਾਅਵਾ ਕਰ ਰਹੀ ਹੈ ਵੀ ਜਿਹੜੇ ਨਿਰਦੇਸ਼ ਨੇ ਜਾਂ ਜਿਹੜੇ ਕਾਨੂੰਨ ਲਿਆ ਰਹੇ ਕਿਸਾਨਾਂ ਦੇ ਫਾਇਦੇ ਲਈ ਲਿਆ ਰਹੇ। ਉਹ ਤਾਂ ਬਹੁਤ ਕੁਝ ਕਹਿ ਰਹੀ ਹੈ ਗਵਰਨਮੈਂਟ ਦਾ ਕਹਿਣ ਦਾ ਕੀ ਹੈ? ਸਾਡੇ ਕੋਲ ਨਹੀਂ ਦੇਖਣਾ ਕਿ ਗਰੀਬ ਤਬਕਾ ਕਿੱਥੇ ਜਾ ਰਿਹਾ। ਉਹ ਤਾਂ ਆਪਣੇ ਕੁਰਸੀਆਂ ਦੇ ਬੈਠੇ ਕਰੋੜਾਂ ਰੁਪਏ ਬਣਾ ਰਹੇ ਨੇ, ਪੈਸੇ ਬਣਾ ਰਹੇ ਨੇ। ਹਾਂ, ਪੈਸੇ ਲੈਂਦੇ ਨੇ, ਤਨਖਾਹ ਲੈਂਦੇ ਨੇ, ਕੁਛ ਸਾਸੀ ਕਿੱਥੋਂ ਜਾ ਕੇ ਲਵਾਂਗੇ? ਕਿੰਨੇ ਪਰਿਵਾਰ ਨੇ, ਛੋਟੇ ਤੋਂ ਲੈ ਕੇ ਬੜੇ ਤੱਕ, ਬਹੁਤ ਪਰਿਵਾਰ ਜੁੜੇ ਹੋਏ ਨੇ ਮੰਡੀ ਦੇ ਨਾਲ। ਜੇ ਮੰਡੀ ਦੇ ਵਿੱਚ ਨਾ ਜਾਊਗਾ, ਜ਼ਿਮੀਂਦਾਰ ਆਊਗਾ ਤਾਂ ਗਰੀਬ ਤਬਕਾ ਵੀ ਖਾਊਗਾ ਉੱਥੇ। ਕੋਈ ਵਿਚਾਰਾ ਝਾੜੂ ਮਾਰ ਕੇ, ਕੋਈ ਕਿਵੇਂ ਕਰਕੇ, ਕੋਈ ਖਰੀਦ ਕੇ ਉਹਦੇ ਵਿੱਚੋਂ ਚਾਰ, ਕੋਈ ਕਿਵੇਂ ਪਰਿਵਾਰ। ਸਾਡੇ ਬਾਈਗਰ ਬਲਾਦਰੀ ਆ, ਸਾਰੀ ਜ਼ਿਮੀਂਦਾਰ ਦੇ ਨਾਲ ਜੁੜੀ ਹੋਈ ਆ। ਸੋ ਤੁਸੀਂ ਕਿਵੇਂ ਦੇਖਦੇ ਹੋ ਬਾਈ ਜੀ ਨਵੇਂ ਜਿਹੜੇ FCI ਨੇ, ਫੂਡ ਕਾਰਪੋਰੇਸ਼ਨ ਇੰਡੀਆ ਦੇ ਜਿਹੜੇ ਨਿਰਦੇਸ਼ ਜਾਰੀ ਕੀਤੇ ਨੇ? ਦੇਖੋ, ਤੁਸੀਂ ਪਹਿਲਾਂ 2 ਸਵਾਲ ਪੁੱਛੇ ਵੀ ਜੇ ਉਹ ਜ਼ਿਮੀਂਦਾਰ ਨੂੰ ਪੇਮੈਂਟ ਚਲੀ ਜਾਂਦੀ ਹੈ ਤਾਂ ਫਿਰ ਉਹ ਸਾਨੂੰ ਦੇਣ 'ਚ ਉਹਨੂੰ ਕੀ ਔਖ ਹੈ? ਤੁਹਾਡਾ ਪਹਿਲਾ ਸਵਾਲ ਇਹ ਸੀ। ਜ਼ਿਮੀਂਦਾਰ ਜਿਹੜਾ ਬੰਦਾ ਖੇਤੀ ਕਰ ਰਿਹਾ ਨਾ, ਉਸ ਬੰਦੇ ਨੇ ਜਿਹੜੇ ਵੀ ਫਾਰਮਰ ਤੋਂ ਆਪਣੀ ਜ਼ਮੀਨ ਠੇਕੇ ਤੇ ਲਈ ਹੋਈ ਹੈ, ਉਸ ਨੂੰ ਉਹ ਆਪਣਾ ਠੇਕਾ ਦੇ ਚੁੱਕਿਆ, ਉਸ ਨੂੰ ਠੇਕਾ ਮਿਲ ਚੁੱਕਿਆ। ਇਸ ਜਿਹੜੀ ਫਸਲ ਤੇ ਖਰਚਾ ਹੋਇਆ ਉਹ ਆੜ੍ਹਤੀ ਦੇ ਚੁੱਕੇ ਨੇ ਉਹਨੂੰ। ਹੁਣ ਪੈਸਾ ਕਿਹਦਾ ਰਹਿ ਗਿਆ? ਪੈਸਾ ਉਸ ਦਾ ਜਿਹਨੇ ਫਸਲ ਬੀਜੀ ਹੋਈ ਹੈ, ਜਾਂ ਜੋ ਉਹਨੇ ਬਾਜ਼ਾਰ 'ਚੋਂ ਚਾਹੇ ਖਾਦ ਚੱਕੀ ਹੈ, ਦਵਾਈ, ਚਾਹੇ ਉਹਨੇ ਆੜ੍ਹਤੀ ਤੋਂ ਪੈਸੇ ਲੈ ਕੇ ਲੇਬਰ ਦਿੱਤੀ ਹੋਈ ਹੈ, ਜਾਂ ਉਹਨੇ ਆਪਣੇ ਘਰ ਖਰਚ ਚਲਾਏ ਹੋਏ ਨੇ। ਇਹਦੇ ਵਿੱਚ ਪੈਸਾ ਸਿਰਫ ਉਹ 2 ਬੰਦਿਆਂ ਦਾ ਕਾਊਂਟ ਹੋ ਰਿਹਾ। ਹੁਣ ਸਰਕਾਰ ਜੋ ਕਹਿੰਦੀ ਹੈ ਵੀ ਜਿਸ ਦੇ ਨਾਮ ਫਰਦ ਹੈ, ਅਸੀਂ ਫਸਲ ਹੈ ਜਿਹੜੀ ਸਿੱਧੀ ਉਹ ਤੋਂ ਖਰੀਦਣੀ ਹੈ। ਫਸਲ ਜਿਹਦੇ ਨਾਮ ਫਰਦ ਹੈ, ਉਹ ਬੰਦਾ ਅਮਰੀਕਾ ਬੈਠਾ, ਉਸ ਬੰਦੇ ਨੂੰ ਜਿਹੜਾ 5 ਲੱਖ ਠੇਕਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਮਿਲ ਚੁੱਕਿਆ। ਹੁਣ ਜੇ ਉਸ ਦੇ ਖਾਤੇ 'ਚ 20 ਲੱਖ ਰੁਪਈਆ ਚਲਿਆ ਜਾਊਗਾ ਤਾਂ ਉਸ ਜ਼ਿਮੀਂਦਾਰ ਨੇ ਜਿਹੜੀ ਅਗਲੀ ਫਸਲ ਬੀਜਣੀ ਹੈ ਜਾਂ ਉਹਨੇ ਬਾਜ਼ਾਰ ਦੇ ਪੈਸੇ ਦੇਣੇ ਨੇ, ਕਿੱਥੋਂ ਦੇਣੇ ਨੇ ਉਹਨੇ? ਉਹ 20 ਲੱਖ ਰੁਪਈਆ ਅਮਰੀਕਾ ਵਾਲੇ ਕੋਲ ਚਲਿਆ ਗਿਆ, ਕਿਉਂਕਿ ਉਹਦੇ ਅਕਾਊਂਟ 'ਚ ਚਲਿਆ ਗਿਆ। ਉਹ ਕੋਈ ਇਹੋ ਜਿਹਾ ਜ਼ਿਮੀਂਦਾਰ ਨਹੀਂ ਹੁੰਦਾ ਵੀ ਆਪਣੇ ਠੇਕੇ ਵਾਲੇ ਨੂੰ ਆਪਣੇ ਚੈੱਕ 1-2 ਖਾਲੀ ਸਾਈਨ ਕਰਕੇ ਦੇ ਜੂ ਵੀ ਜੇ ਮੇਰੇ ਖਾਤੇ 'ਚ ਆ ਗਏ ਤੂੰ ਕਢਾ ਲਈ। ਇਹੋ ਜਿਹਾ ਦੁਨੀਆ 'ਚ ਕਿਤੇ ਹੈ ਨਹੀਂ। ਆਪਾਂ ਆਪਣੇ ਬੱਚਿਆਂ ਨੂੰ ਨਹੀਂ ਖਾਲੀ ਚੈੱਕ ਦਿੰਦੇ ਵੀ ਤੁਸੀਂ ਕਢਾ ਲਿਓ। ਇਸ ਕਰਕੇ ਉਸ ਜਿਹੜਾ ਵਿਚਾਰਾ ਖੇਤੀ ਕਰ ਰਿਹਾ, ਸਾਰਾ ਨੁਕਸਾਨ ਉਸ ਬੰਦੇ ਦਾ ਹੋ ਜਾਣਾ, ਕਿਉਂਕਿ ਉਸ ਨੇ ਬਾਜ਼ਾਰ ਦਾ ਸਾਰਾ ਪੈਸਾ ਦੇਣਾ ਹੁੰਦਾ ਤਾਂ ਉਹਦੀ ਅਗਲੀ ਫਸਲ ਉਹਨੇ ਬੀਜਣੀ ਹੈ। ਜੇ ਉਹਨੂੰ ਪੈਸਾ ਉਹ ਨਹੀਂ ਮਿਲਿਆ, ਸਾਨੂੰ ਵੀ ਨਹੀਂ ਮਿਲਿਆ, ਅਸੀਂ ਵੀ ਨਹੀਂ ਉਹਦੀ ਹੈਲਪ ਕਰ ਸਕਾਂਗੇ। ਪੈਸਾ ਕਿਹਦੇ ਕੋਲ ਚਲਿਆ ਗਿਆ? ਉਹ ਬੰਦਾ ਜਿਹੜਾ ਪਹਿਲਾਂ ਆਲਰੇਡੀ ਪੈਸੇ ਲੈ ਚੁੱਕਿਆ,
ਪੈਸੇ ਉਹਦੇ ਖਾਤੇ 'ਚ ਪਏ ਨੇ, ਉਹਦੀ ਮਰਜ਼ੀ ਆ ਦੇਣੀ ਆ ਕਿ ਨਹੀਂ ਦੇਣੀ। ਦੂਜਾ ਸਵਾਲ ਸੀ ਵੀ ਸਰਕਾਰ ਤੋਂ ਨਾਰਾਜ਼ਗੀ। ਸਰਕਾਰ ਸਿਰਫ ਤੇ ਸਿਰਫ ਜਿਹੜੇ ਕੋਆਪਰੇਟਿਵ ਘਰਾਣੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਬਲ ਦੇਣ ਲਈ ਇਹ ਚੀਜ਼ ਕਰ ਰਹੀ ਆ। ਦੇਖੋ ਪੰਜਾਬ ਦੇ ਵਿੱਚ 35,000 ਕਰੋੜ ਰੁਪਏ ਦੀ ਜੀਰੀ ਹੁੰਦੀ ਹੈ, 24-25 ਦੀ ਕਣਕ ਹੁੰਦੀ ਹੈ। ਹੁਣ 24-25 ਕਰੋੜ ਰੁਪਈਆ ਕੋਈ ਵੀ ਲੋਕਲ ਫਰਮ ਨਹੀਂ ਖਰਚ ਸਕਦੀ, ਉਹ ਖਰਚੂ ਅਡਾਨੀ ਜਾਂ ਅੰਬਾਨੀ। ਉਹਨਾਂ ਨੇ 25,000 ਕਰੋੜ ਦੀ ਸਾਰੀ ਫਸਲ ਲੈ ਜਾਣੀ ਹੈ, ਉਹ ਤੋਂ ਬਾਅਦ ਆਪਣੇ ਸੈਲੋਆਂ 'ਚ ਰੱਖਣੀ ਹੈ, ਉਹ ਤੋਂ ਬਾਅਦ ਤੁਹਾਡੀ ਜਿੰਨੀ ਕੁ ਭੁੱਖ ਹੈ ਤੁਹਾਨੂੰ ਉਹਦੇ ਹਿਸਾਬ ਨਾਲ ਵੇਚਣੀ ਆ। ਵੀ ਤੁਹਾਨੂੰ 4 ਰੋਟੀਆਂ ਦੀ ਲੋੜ ਪੈਂਦੀ ਆ ਰੋਜ਼ ਦੀ, ਤਾਂ ਤੁਹਾਡੇ 20 ਕਿਲੋ ਆਟਾ ਲੱਗਦਾ ਤਾਂ ਅਸੀਂ ਇੰਨੇ ਨੂੰ ਦੇਣਾ। ਇਹਨਾਂ ਨੇ ਪੋਜੀਸ਼ਨ ਅਖੀਰ 'ਚ ਉਹ ਲੈ ਆਉਣੀ ਆ। ਉਹਦੀ ਸ਼ੁਰੂਆਤ ਇਹਨਾਂ ਨੇ ਹੁਣ ਕਰਤੀ ਆ, ਆਹ ਫਰਮਾਨ ਜਾਰੀ ਕਰਕੇ ਵੀ ਆਪਣੀ ਫਰਦ ਲਿਆਓ ਤੇ ਫਸਲ ਵੇਚ ਲਓ। ਹੁਣ ਦੁਨੀਆ 'ਚ ਇਹ ਨਹੀਂ ਪਤਾ ਵੀ ਉਸ ਫਸਲ ਦਾ ਝਾੜ ਕਿੰਨਾ ਹੋਣਾ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਨਾਲ ਫਰਦ ਲੱਗਣੀ ਜ਼ਮੀਨ ਦਾ ਰਿਕਾਰਡ ਰੱਖਿਆ ਜਾਣਾ, ਪਰ ਸਰਕਾਰ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਫਸਲ ਨੂੰ ਲੈ ਕੇ ਜਿਹੜੀ ਘਪਲੇਬਾਜ਼ੀ ਵੀ ਕਾਫੀ ਹੁੰਦੀ ਹੈ, ਉਹਨੂੰ ਵਿੱਚ ਰੋਕਣ ਦੇ ਵਿੱਚ ਸਫਲਤਾ ਮਿਲੂਗੀ। ਦੇਖੋ ਜੀ, ਜਿਹੜੀ ਘਪਲੇਬਾਜ਼ੀ ਹੈ, ਜਿਹੜਾ ਬੰਦਾ ਹੁਣ 6 ਮਹੀਨੇ ਦਾ ਵਿਚਾਰਾ ਠੰਡਾਂ 'ਚ ਫਸਲ ਬੀਜ ਰਿਹਾ, ਉਹਨੂੰ ਕੋਈ ਘਪਲੇਬਾਜ਼ੀ ਦਾ ਮਤਲਬ ਨਹੀਂ। ਉਹਦਾ ਤਾਂ ਸਾਰਾ ਧਿਆਨ ਉਹਦੇ ਬੱਚਿਆਂ ਦਾ, ਉਹਨਾਂ ਦੀਆਂ ਮਾਵਾਂ ਦਾ, ਉਹਨਾਂ ਦਾ ਸਾਰਾ ਧਿਆਨ ਹੈ ਉਸ ਫਸਲ 'ਚ। ਜੇ ਇਹ ਫਸਲ ਆਉਣ ਨਾਲ ਨੁਕਸਾਨ ਹੁੰਦਾ ਤਾਂ ਗਰਾਊਂਡ ਤੇ ਨੁਕਸਾਨ ਉਸ ਗਰੀਬ ਦਾ ਹੋਣਾ ਜਿਹਨੇ 6 ਮਹੀਨੇ ਫਸਲ ਪਾਲੀ। ਨਾ ਕੋਆਪਰੇਟ ਘਰਾਣਿਆਂ ਦਾ ਹੋਣਾ, ਨਾ ਉਸ ਠੇਕੇ ਵਾਲੇ ਦਾ ਹੋਣਾ। ਉਸ ਤੋਂ ਬਾਅਦ ਉਸ ਬੰਦੇ ਨੂੰ ਬਾਜ਼ਾਰ 'ਚੋਂ ਪੈਸਾ ਨਹੀਂ ਮਿਲਣਾ, ਕਿਉਂਕਿ ਉਹਨੇ ਚਾਹੇ ਕਿਸੇ ਦਾ 10,000 ਸੌਦੇ ਵਾਲਿਆਂ ਦਾ ਹੀ ਦੇਣਾ। ਜੇ ਉਹਨੇ 10,000 ਨਹੀਂ ਦਿੱਤਾ ਉਹਨੂੰ ਅਗਲੇ ਸੌਦੇ ਨਹੀਂ ਮਿਲਣੇ। ਉਹਨੇ ਜੇ ਖਾਦ ਵਾਲੇ ਦਾ 50,000 ਦੇਣਾ, ਖਾਦ ਦੇ ਪੈਸੇ ਨਹੀਂ ਦਿੱਤੇ ਤਾਂ ਉਹਦੀ ਅਗਲੀ ਫਸਲ ਨਹੀਂ ਬੀਜ ਹੋਣੀ। ਇਸ ਕਰਕੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਜੋ ਬੰਦਾ ਜਦੋਂ 100% ਜਿਹੜਾ ਵਪਾਰ ਹੈ ਨਾ ਇਸ ਫਸਲ ਦਾ 100% ਪੱਕੇ 'ਚ ਹੋ ਰਿਹਾ ਪੰਜਾਬ 'ਚ, ਇੱਕ ਦਾਣਾ ਵੀ ਕੋਈ 2 ਨੰਬਰ 'ਚ ਨਹੀਂ ਵਿਕਦਾ ਕਈ ਸਾਲਾਂ ਤੋਂ। ਇਹ ਹੁਣ ਦੀ ਗੱਲ ਨਹੀਂ। ਜਦੋਂ ਉਹ ਬੰਦਾ, ਜਿਹੜਾ ਬੰਦਾ ਆਪ ਮਾਲਕ ਹੈ ਖੇਤੀ ਦਾ, ਜਿਹਨੇ ਉਹ ਪੈਦਾ ਕੀਤੀ ਆ, ਉਹ ਤੁਹਾਡੀ ਮੰਡੀ 'ਚ ਲਿਆ ਕੇ ਸਹੀ ਜੇ ਫਾਰਮਾਂ ਤੇ ਸਰਕਾਰ ਦੇ ਰਿਕਾਰਡ ਤੇ ਆਪਣੀ ਵੇਚ ਰਿਹਾ, ਤੁਸੀਂ ਉਹਨੂੰ ਪਾਬੰਦੀ ਕਿਉਂ ਲਾ ਰਹੇ ਹੋ? ਇੱਕ ਬੰਦੇ ਨੇ 6 ਮਹੀਨੇ ਮਿਹਨਤ ਕੀਤੀ, ਉਸ ਨੇ ਆਪਣੀ ਫਸਲ ਲਿਆ ਕੇ ਮੰਡੀ 'ਚ ਸਿੱਟੀ, ਮੰਡੀ ਦੇ ਰਿਕਾਰਡ 'ਚ ਆ ਗਈ, ਸਰਕਾਰ ਦੇ ਰਿਕਾਰਡ 'ਚ ਆ ਗਈ। ਉਸ ਤੋਂ ਉੱਪਰ ਹੋਰ ਸਰਕਾਰ ਨੂੰ ਕੀ ਚਾਹੀਦਾ ਜੀ? ਜਿਹੜੇ ਨਵੇਂ ਨਿਰਦੇਸ਼ ਜਾਰੀ ਕੀਤੇ ਨੇ FCI ਨੇ, ਤੁਸੀਂ ਆੜ੍ਹਤੀ ਹੋ, ਤੁਸੀਂ ਰੋਸ ਜ਼ਾਹਰ ਕਰ ਰਹੇ ਹੋ ਕਿ ਕਿਸਾਨ ਵੀ ਇੱਥੇ ਰੋਸ ਜ਼ਾਹਰ ਕਰ ਰਿਹਾ। ਕਿਸਾਨ ਨਹੀਂ ਚਾਹੁੰਦਾ ਕਿ ਸਿੱਧੇ ਪੈਸੇ ਮੇਰੇ ਅਕਾਊਂਟ ਵਿੱਚ ਆਉਣ। ਵੀਰ ਜੀ, ਸਿੱਧੇ ਪੈਸੇ ਸਰਕਾਰ ਕਿਸਾਨਾਂ ਨੂੰ ਲਗਾਤਾਰ 3 ਸਾਲਾਂ ਤੋਂ ਮਿਲ ਰਹੇ ਨੇ। ਇਹਨਾਂ ਦਾ ਸਮਝਾਉਣ ਦਾ ਤੁਹਾਨੂੰ ਕੀ ਮਤਲਬ ਸੀ? ਸਾਹਨੇਵਾਲ ਮੰਡੀ 'ਚ ਅਸੀਂ 30-35 ਆੜ੍ਹਤੀ ਹਾਂ, ਤੇ 30-35 ਆੜ੍ਹਤੀ, ਕਿਸੇ ਦੇ 200 ਜ਼ਿਮੀਂਦਾਰ ਹੈ, ਕਿਸੇ ਦੇ 400 ਆ, ਕਿਸੇ ਦੇ 150, ਕਿਸੇ ਦੇ 100 ਨੇ। ਹੁਣ ਇੱਕ ਇੰਸਪੈਕਟਰ ਹੁੰਦਾ ਜੀ, ਉਸ ਬੰਦੇ ਨੇ ਰੋਜ਼ ਮੰਡੀ ਦੇ ਵਿੱਚ ਮੇਰੇ ਹਿਸਾਬ ਨਾਲ 1000 ਜੇ ਫਾਰਮ ਕੱਟ ਹੋ ਜਾਂਦਾ। ਇੱਕ ਦਿਨ ਦੀ ਗੱਲ ਹੋ ਰਹੀ ਆ। ਉਹ 1000 ਬੰਦੇ ਨੂੰ ਪੈਸਾ ਉਹ ਇੱਕ ਟੀਏ ਨਹੀਂ ਦੇ ਸਕਦਾ, ਜਿਹੜਾ ਇੱਕ ਇੰਸਪੈਕਟਰ ਹੈ ਕਿਸੇ ਵੀ ਏਜੰਸੀ ਦਾ। ਅਗਲੇ ਦਿਨ 2000 ਬੰਦੇ ਨੇ ਵੇਚਤੀ ਫਸਲ, ਯਾਨੀ ਕਿ ਲੱਖ ਬੰਦਾ ਹੋ ਗਿਆ। ਸੀਜ਼ਨ ਲੰਘ ਗਿਆ, 1 ਲੱਖ ਬੰਦੇ ਨੂੰ ਇੱਕ ਬੰਦਾ ਕੰਪਿਊਟਰ ਤੇ ਪਾ ਕੇ ਦਊ। ਉਹਨਾਂ ਨੂੰ ਪਤਾ ਸੀ ਸਾਡੇ ਤੋਂ ਪੈਣਾ ਨਹੀਂ। ਉਹਨਾਂ ਨੇ ਸਾਨੂੰ ਕੀ ਸ਼ਰਤ ਕਰਤੀ ਬਈ ਇਹ ਪੇਮੈਂਟ ਹੈ ਜਿਹੜੀ ਤੁਸੀਂ 1000 ਜੇ ਫਾਰਮ ਕੱਟੇ ਹੈ, ਇਸ ਦੀ ਪੇਮੈਂਟ ਤੁਸੀਂ ਕਰਨੀ ਆ, ਅਸੀਂ ਆ ਤੁਹਾਨੂੰ ਦੇਤੀ। ਇਹਨਾਂ ਦੇ ਖਾਤੇ 'ਚ ਪਾ ਕੇ ਇਹਨਾਂ ਦੇ ਖਾਤੇ ਦਾ UTR ਨੰਬਰ ਸਾਨੂੰ ਦੇ ਦਿਓ ਵੀ ਅਸੀਂ ਚੈੱਕ ਕਰ ਲਈਏ ਵੀ ਗੁਰਮੀਤ ਸਿੰਘ ਦੇ ਨਾਮ ਪੈਸੇ ਇੰਨੇ ਲੱਖ ਦਾ ਜੇ ਫਾਰਮ ਸੀ ਪੈ ਗਿਆ। ਉਹ UTR ਨੰਬਰ ਅਸੀਂ ਆਪਣੇ ਲਿਸਟਾਂ ਬਣਾ ਕੇ ਆਪਣੀਆਂ ਸਟੈਂਪਾਂ ਲਾ ਕੇ, ਉਸ ਤੋਂ ਬਾਅਦ ਵੀ ਸਰਕਾਰ ਨਹੀਂ ਰੁਕਦੀ। ਉਹ ਕਹਿੰਦੀ ਹੁਣ ਤੁਸੀਂ ਆਪਣੇ ਖਾਤਿਆਂ ਦੀ ਸਟੇਟਮੈਂਟ ਦਿਓ ਵੀ ਅਸੀਂ ਤੁਹਾਨੂੰ ਸਪੋਜ਼ ਦਿੱਤਾ 2,04,06,000 ਰੁਪਈਆ, ਤਾਂ ਉਹਨਾਂ ਨੇ ਸਾਡਾ ਦੇਖਣਾ ਵੀ 2,04,06,000 ਰੁਪਈਆ ਫਾਰਮਰਾਂ ਨੂੰ ਚਲੇ ਗਿਆ, ਇਹਨਾਂ ਦੀ ਜਿਹੜਾ ਅਕਾਊਂਟ ਨਿਲ ਹੋ ਗਿਆ। ਉਹ ਤੋਂ ਬਾਅਦ ਹੀ ਉਹਨਾਂ ਨੇ ਸਾਨੂੰ ਆੜਤ ਜਿਹੜੀ ਸਾਡੀ 2.5% ਹੈ, 2.5% ਆੜਤ ਚਾਹੇ ਸਰਕਾਰ ਖਰੀਦੇ ਚਾਹੇ ਅਡਾਨੀ ਖਰੀਦੇ, ਉਹ ਜਿਹੜਾ ਖਰੀਦਣ ਵਾਲਾ ਉਹਨੇ ਦੇਣੀ ਆ, ਕਿਸਾਨ ਨਹੀਂ ਕਦੇ ਦਿੰਦਾ ਕੋਈ ਵੀ ਚੀਜ਼। ਇਸ ਕਾਨੂੰਨ ਦੇ ਵਿੱਚ ਵੀ ਕੋਈ ਉਹ ਨਹੀਂ ਹੈ। ਸਿਰਫ ਤੇ ਸਿਰਫ ਇਸ ਨੂੰ ਇਸ ਲਈ ਮਾਰਿਆ ਜਾ ਰਿਹਾ ਵੀ ਇਹ ਹੈਜ਼ੀਟੇਸ਼ਨ ਕਰ ਰਹੇ ਨੇ। ਇਹਨਾਂ ਨੂੰ ਵਿਫਤਾ ਪਾ ਦੀ, ਇਹਨਾਂ ਦੀ ਫਸਲ ਹੋ ਗਈ ਤਿਆਰ, 1 ਸਕਿੰਟ 'ਚ ਇਹਨਾਂ ਦੀ ਫਸਲ ਤੋਂ ਅਸੀਂ ਹੱਥ ਝਾੜ ਲਈਏ ਤੇ ਇਹ ਕਹਿਣ ਵੀ ਸਾਡੇ ਨਾਲ ਜ਼ਿਆਦਾ ਹੋ ਗਿਆ, ਇਹ ਪਿੱਛੇ ਹਟ ਜਾਣ। FCI ਨੇ ਤਾਂ ਆਪਣੇ ਨਿਰਦੇਸ਼ ਸੁਣਾਤੇ, ਹੁਣ ਤੁਹਾਡੇ ਵੱਲੋਂ ਕੀ ਰੋਸ ਜ਼ਾਹਰ ਕੀਤਾ ਜਾਊਗਾ ਜਾਂ ਫਿਰ ਐਕਸੈਪਟ ਕਰ ਲਏ ਜਾਣਗੇ ਨਿਰਦੇਸ਼? ਨਹੀਂ, ਮੰਡੀਆਂ ਦੀ ਬੰਦ ਦੀ ਕਾਲ ਆ ਜਾਣੀ ਹੈ ਜੀ ਸਾਰੇ ਪੰਜਾਬ ਦੇ ਵਿੱਚ। ਸਾਰਾ ਫਾਰਮਰ ਤੇ ਆੜ੍ਹਤੀ ਆ ਜੋ ਵੀ ਇਕੱਠਾ ਵਿਚਾਰ ਹੋਊਗਾ, ਸਾਰੇ ਸਾਂਝੀ ਤੌਰ ਤੇ ਅਸੀਂ ਸਾਰਿਆਂ ਨਾਲ ਸਲਾਹ ਕਰਕੇ ਉਸੇ ਹਿਸਾਬ ਨਾਲ ਮੰਡੀਆਂ ਬੰਦ ਕਰਾਂਗੇ, ਕਿਉਂਕਿ ਫਾਰਮਰ ਤੇ ਸਾਡਾ ਜਿਹੜਾ ਰਿਸ਼ਤਾ ਉਹ ਹੋਰ ਤਰ੍ਹਾਂ ਦਾ। ਇੰਨੀ ਫਿਕਰ ਸਾਨੂੰ ਆਪਣੇ ਪਰਿਵਾਰ ਦੀ ਨਹੀਂ ਹੁੰਦੀ ਜਿੰਨੀ ਸਾਨੂੰ ਉਸ ਫਾਰਮਰ ਦੀ ਹੁੰਦੀ ਆ। ਚਾਹੇ ਉਹਨਾਂ ਦੇ ਵਿਆਹ ਆ ਗਿਆ, ਚਾਹੇ ਉਹਨਾਂ ਦੇ ਕੋਈ ਗਮੀ ਆ ਗਈ, ਉਹਦਾ ਫਿਕਰ ਸਾਨੂੰ ਹੁੰਦਾ। ਚਾਹੇ ਅਸੀਂ ਆਪਣੇ ਵਿਆਹ ਤੇ ਬੈਠੇ ਹੋਈਏ,
ਫਿਰ ਵੀ ਸਾਨੂੰ ਹੁੰਦਾ ਵੀ ਉਹ ਆਇਆ ਹੋਇਆ, ਉਹਨੂੰ ਆਹ ਲੋੜ ਪੈ ਗਈ, ਅਸੀਂ ਉਹਦੀ ਲੋੜ ਪੂਰੀ ਕਰਨੀ ਹੈ। ਕੀ ਪਲੈਨਿੰਗ ਕੀ ਹੈ ਫਿਰ ਤੁਹਾਡੇ ਲਈ, ਕਿਵੇਂ ਪ੍ਰੋਟੈਸਟ ਕਰੋਗੇ ਜਾਂ ਕਦੋਂ ਤੋਂ ਕਰੋਗੇ? ਪਲੈਨਿੰਗ ਕੱਲ੍ਹ ਤੋਂ ਜੀ, ਅਣਮਿੱਥੇ ਸਮੇਂ ਲਈ ਮੰਡੀਆਂ ਬੰਦ ਹੋ ਰਹੀਆਂ ਨੇ, ਮੰਡੀਆਂ ਬੰਦ ਕਰਾਂਗੇ। ਹਜੇ ਫਸਲ ਨੂੰ ਥੋੜ੍ਹੇ ਦਿਨ ਪਏ ਨੇ, 20-25 ਦਿਨ, ਤੇ ਉਦੋਂ ਤੱਕ ਸਰਕਾਰ ਨਾਲ ਗੱਲ ਕਰਦੇ ਹਾਂ। ਜੇ ਨਹੀਂ ਹੋਇਆ ਤਾਂ ਫਿਰ ਫਸਲ ਨਹੀਂ ਵਿਕੂਗੀ ਜੀ ਮੰਡੀਆਂ 'ਚ, ਇੱਕ ਵੀ ਦਾਣਾ ਨਹੀਂ ਵਿਕੂਗਾ। ਇਹਦੇ 'ਚ ਇੱਕ ਪਹਿਲਾ ਵੀ ਆ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਹੋਇਆ ਵਾ ਵੀ ਕਿਸਾਨ ਆਪਣੀ ਮਰਜ਼ੀ ਨਾਲ ਪੇਮੈਂਟ ਲੈ ਸਕਦਾ, ਚਾਹੇ ਉਹ ਡਾਇਰੈਕਟ ਲਵੇ ਚਾਹੇ ਆੜਤੀਆ ਥਰੂ। 45 ਦਿਨ ਪਹਿਲਾਂ ਕਿਸਾਨ ਨੂੰ ਦੱਸਣਾ ਪੈਂਦਾ, ਕਿਸਾਨ ਹੀ ਲੈਣਾ ਚਾਹੁੰਦਾ ਤਾਂ ਗਵਰਨਮੈਂਟ। ਇਹ ਹਰਿਆਣੇ ਦੇ ਵਿੱਚ ਲਾਗੂ ਹੈ? ਨਹੀਂ, ਇਹ ਦੋਨਾਂ 'ਚ ਹੀ ਲਾਗੂ ਆ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦੋਨਾਂ ਵੱਲ ਆ। ਪੰਜਾਬ ਤੇ ਕਿਹਨਾਂ ਕਹਿੰਦੇ ਹਰਿਆਣੇ ਦੋਨਾਂ 'ਚ ਆ, ਤੇ ਹੁਣ ਹਰਿਆਣੇ 'ਚ ਆ, ਹਰਿਆਣੇ ਕਿਸਾਨ ਕਿਹਨਾਂ ਕਹਿੰਦੇ ਆੜਤੀਆ ਥਰੂ ਲੈ ਰਿਹਾ, ਤਾਂ ਪੰਜਾਬ 'ਚ ਕਿਉਂ ਜ਼ਬਰਦਸਤੀ ਉਹ ਦੇ ਰਹੇ ਨੇ ਵੀ ਕਿਹਨਾਂ ਕਹਿੰਦੇ ਤੁਸੀਂ ਡਾਇਰੈਕਟ ਲਓ? ਇਹ ਤਾਂ ਕਿਸਾਨ ਦੀ ਮਰਜ਼ੀ, ਜਾਂ ਕਿਸਾਨ ਲਈ ਜਾਂ ਕਿਸਾਨ ਹੀ ਨਹੀਂ ਲੈਣਾ ਚਾਹੀਦਾ, ਤੁਸੀਂ ਜ਼ਬਰਦਸਤੀ ਕਿਉਂ ਦੇਣਾ ਚਾਹ ਰਹੇ ਹੋ ਇਹਨੂੰ? ਸੋ ਆੜਤੀਆਂ ਵੱਲੋਂ ਲਗਾਤਾਰ ਦਾਅਵਾ ਕੀਤਾ ਜਾਂਦਾ ਹੈ ਕਿ ਜਿਹੜੀ ਸਰਕਾਰ ਆ ਉਹ ਧੱਕੇ ਦੇ ਨਾਲ ਜਿਹੜੇ ਨਿਰਦੇਸ਼ ਨੇ ਆੜਤੀਆਂ ਤੇ ਜਾਂ ਫਿਰ ਕਿਸਾਨਾਂ ਦੇ ਉੱਤੇ ਥੋਪ ਰਹੀ ਹੈ, ਕਿਉਂਕਿ ਆੜਤੀਆਂ ਦਾ ਤੇ ਕਿਸਾਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਨੂੰਹ ਮਾਸ ਦਾ ਰਿਸ਼ਤਾ ਨੂੰ ਲੱਗ ਨਹੀਂ ਕੀਤਾ ਜਾ ਸਕਦਾ। ਪਰ ਹੁਣ ਆੜਤੀਆਂ ਦੇ ਵੱਲੋਂ ਇਹ ਵੀ ਕੋਲ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਦਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੰਡੀਆਂ ਬੰਦ ਕੀਤੀਆਂ ਜਾਣਗੀਆਂ। ਹੁਣ ਦੇਖਣਾ ਹੀ ਹੋਵੇਗਾ ਕਿ ਆੜਤੀਆਂ ਦੀ ਜਾਂ ਸਰਕਾਰ ਦੀ ਜਿਹੜੀ ਗੱਲਬਾਤ ਹੈ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਵੀ ਇਸ ਗੱਲ ਤੇ ਵਿਰੋਧ ਜਤਾਇਆ ਹੈ ਕਿ ਜਿਹੜੇ ਆੜਤੀਆਂ ਤੇ ਕਿਸਾਨਾਂ ਦਾ ਜਿਵੇਂ ਰਿਸ਼ਤਾ ਚੱਲਦਾ ਉਵੇਂ ਹੀ ਚੱਲਦਾ ਰਹਿਣਾ ਚਾਹੀਦਾ। ਕੈਮਰਾ ਪਰਸਨ ਪਵਨ ਦੇ ਨਾਲ ਹਿੰਮਤ ਸਿੰਘ ਦਿਗਪਾਲ, दैनिक सवेरा, सानेवाल। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। बाबा सुल्तान बंगाली 21 बार गोल्ड मेडलिस्ट। सारियां थावां तो निराश ते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल। 101% दी गारंटी स्टाम्प पेपर ते लिख के। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोड़ी वशीकरण करवाओ जा तुड़वाओ। रुस्से नूं मनाउणा। फोन 95 603 92 450, 95 603 92 451। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।